ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 19ਵੀਂ ਤੇ ਪਦ ਪਹਿਲਾ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਇੰਨਾ ਸਿਆਣਾ ਨਹੀਂ ਹੈ ਜਿਹੜਾ ਗੁਰੂ ਸਾਹਿਬਾਨ ਨੂੰ ਪੂਰੀ ਤਰ੍ਹਾਂ ਸਮਝ ਸਕੇ। ਜਿੰਨੀ ਉਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਵਿਚਾਰਦਾ ਹੈ ਤੇ ਸੁਣਦਾ ਹੈ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਨਸਾਨ ਚੱਲਦਾ ਹੈ। ਗੁਰੂ ਪਿਆਰਿਓ, ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਹੈ। ਬਹੁਤ ਹੀ ਵੱਡਾ ਮਨੁੱਖਤਾ ਉੱਤੇ ਅਹਿਸਾਨ ਕੀਤਾ ਹੈ। ਇੱਕ ਸੌਖੀ ਵਿਧੀ ਸਮਝਾਈ ਹੈ ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦੇ ਲਈ, ਪ੍ਰਭੂ ਨੂੰ ਸਿਮਰਨ ਦੇ ਲਈ ਤੇ ਫਿਰ ਉਹਦੇ ਵਿੱਚ ਸਮੋ ਜਾਣ ਦੀ। ਆਪਣੀ ਈਗੋ, ਆਪਣੇ ਹੰਕਾਰ ਨੂੰ ਧੋ ਧੋ ਕੇ ਨਾਮ ਦੇ ਨਾਲ ਰਗੜ ਰਗੜ ਕੇ ਉਹਦਾ ਵਿਨਾਸ਼ ਕਰ ਦੇਣਾ ਤੇ ਇਲਾਹੀ ਪ੍ਰਭੂ ਨੂੰ ਪਾ ਲੈਣਾ। ਦਰਅਸਲ ਇਨਸਾਨ ਦਾ ਮਿਸ਼ਨ ਧਰਤੀ ਤੇ ਆਉਣ ਦਾ ਪ੍ਰਯੋਜਨ ਸਿਰਫ ਤੇ ਸਿਰਫ ਪ੍ਰਭੂ ਨੂੰ ਧਿਆਉਣ ਦਾ ਤੇ ਪਾਉਣ ਦਾ ਹੈ। ਹੋਰ ਸਾਰਾ ਕੁਝ ਝੂਠਾ ਹੈ, ਬੇਕਾਰ ਹੈ, ਨੇਫਲ ਹੈ। ਸੱਚੇ ਪਾਤਸ਼ਾਹ ਨੇ 24 ਅਸ਼ਟਪਦੀਆਂ ਦੀ ਰਚਨਾ ਕੀਤੀ ਹੈ ਸੁਖਮਨੀ ਸਾਹਿਬ ਦੇ ਵਿੱਚ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਇਹ ਸਥਾਈ ਹੈ, ਡਿਵਾਈਨ ਹੈ, ਹਮੇਸ਼ਾ ਲਈ ਅਮਰ ਹੈ। ਸੱਚੇ ਪਾਤਸ਼ਾਹ ਨੇ ਦੂਸਰੇ ਪਾਸੇ ਪ੍ਰਾਣੀ ਜਿਹੜਾ ਚਲਤ ਹੈ, ਆਰਜੀ ਹੈ, ਸਮੇਂ ਦਾ ਪਾਬੰਦ ਹੈ, ਸਮੇਂ ਨਾਲ ਜੁੜਿਆ ਹੋਇਆ ਹੈ। ਇੱਕ ਆਰਜੀ ਨੂੰ ਸਥਿਰ ਦੇ ਨਾਲ ਜੋੜਨਾ ਸਿਰਫ ਤੇ ਸਿਰਫ ਇਨਸਾਨ ਦੀ ਅਰਾਧਨਾ ਦਾ ਕ੍ਰਿਸ਼ਮਾ ਹੋ ਸਕਦਾ ਹੈ। ਉਹ ਅਰਾਧਨਾ ਕਿਸ ਤਰ੍ਹਾਂ ਕਰਦੀ ਹੈ? ਭਲੀ ਭਾਂਤ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ। 24 ਘੰਟੇ ਹਨ, 24,000 ਸਵਾਸ ਆਉਂਦੇ ਹਨ। ਇੱਕ ਘੰਟੇ ਦੇ ਵਿੱਚ ਇੱਕ ਸਵਾਸ, 1,000 ਸਵਾਸ। ਇਹ ਜੀਵਨ ਦੀ ਕਿਰਿਆ ਹੈ, ਜੀਵਨ ਦੀ ਲੀਲਾ ਹੈ। ਦੂਸਰੇ ਪਾਸੇ ਪ੍ਰਭੂ ਹਮੇਸ਼ਾ ਰਹਿਣ ਵਾਲਾ, ਸਮੇਂ ਦੀ ਉਹਨੂੰ ਕੋਈ ਲੋੜ ਨਹੀਂ ਹੈ, ਟਾਈਮਲੈਸ ਹੈ। ਆਪਣੀ ਰਚਨਾ ਨੂੰ ਪਿਆਰ ਕਰਦਾ ਹੈ, ਆਪਣੇ ਪਿਆਰਿਆਂ ਉੱਤੇ ਟੁੱਟ ਜਾਂਦਾ ਹੈ। ਜਿਹੜੇ ਉਹਦਾ ਸਤਿਕਾਰ ਕਰਦੇ ਹਨ ਉਹਨਾਂ ਤੇ ਡੁੱਲ ਜਾਂਦਾ ਹੈ ਤੇ ਡੁੱਲ ਜਾਂਦਾ ਹੈ। ਪਿਆਰ ਹੀ ਪਿਆਰ ਹੈ, ਪ੍ਰਭੂ ਦਾ ਨਾਮ ਹੀ ਪਿਆਰ ਹੈ, ਪ੍ਰੇਮ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰਾਣੀ ਨੂੰ ਉਹ ਪ੍ਰੇਮ ਕਰਨ ਦੀ ਵਿਧੀ ਸਮਝਾਈ ਹੈ, ਪਿਆਰ ਕਰਨਾ ਦੱਸਿਆ ਹੈ ਕਿ ਇੱਕ ਇੱਕ ਸਵਾਸ ਜਿਹੜਾ ਤੈਨੂੰ ਜੀਵਨ ਦੇ ਰਿਹਾ ਹੈ, ਪ੍ਰਭੂ ਦੀ ਕਿਰਪਾ ਦੇ ਨਾਲ ਉਹਨੂੰ ਰੰਗ ਲੈ,
ਉਹਦੇ ਰੰਗ ਦੇ ਵਿੱਚ। ਰਸਨਾ ਰਾਹੀਂ ਉਹਨੂੰ ਯਾਦ ਕਰ, ਉਹਦਾ ਸ਼ੁਕਰਾਨਾ ਕਰ। ਇਹੀ ਤੇਰਾ ਮਨੋਰਥ ਹੈ। ਤੇਰਾ ਜੀਵਨ ਦੇ ਵਿੱਚ ਆਉਣ ਦਾ ਮਕਸਦ ਹੀ ਇਹ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ ਸੁਖਮਨੀ ਸਾਹਿਬ ਦੇ ਵਿੱਚ। ਪਹਿਲਾ, ਪ੍ਰਭੂ ਦੀ ਆਰਾਧਨਾ, ਪ੍ਰਭੂ ਦਾ ਗਾਇਨ, ਉਸਤਤ, ਪ੍ਰਭੂ ਦੀ ਮਹਿਮਾ, ਉਹਦਾ ਦੇਣ ਦਾ ਸ਼ੁਕਰਾਨਾ, ਧੰਨਵਾਦ। ਦੂਸਰਾ, ਉਹਨੂੰ ਧਿਆਉਣ ਵਾਲੇ, ਉਹਨੂੰ ਸ਼ਰਧਾ ਨਾਲ ਪਾਉਣ ਵਾਲੇ ਦਾਸ, ਜਨ, ਸੰਤ, ਸਾਧੂ, ਗੁਲਾਮ, ਈਗੋਲੈਸ, ਫੀਅਰਲੈਸ, ਐਨਮੀਲੈਸ ਰੂਪ ਧਾਰਨ ਕਰ ਜਾਂਦੇ ਹਨ। ਉਹਦਾ ਹੀ ਰੂਪ ਬਣ ਜਾਂਦੇ ਹਨ। ਉਹ ਦਿਸਦਾ ਨਹੀਂ, ਸਰੀਰ ਦੇ ਵਿੱਚ ਆਉਂਦਾ ਵੀ ਨਹੀਂ, ਉਹਦਾ ਕੋਈ ਆਕਾਰ ਨਹੀਂ ਹੈ, ਪਰ ਉਹ ਬੇਸ਼ੁਮਾਰ ਆਕਾਰ ਸਾਜ ਸਕਦਾ ਹੈ। ਉਹਦੀਆਂ ਅੱਖਾਂ ਨਹੀਂ ਹਨ, ਪਰ ਉਹ ਅਰਬਾਂ ਖਰਬਾਂ ਬੇਗਿਣਤ ਅੱਖਾਂ ਪੈਦਾ ਕਰ ਸਕਦਾ ਹੈ। ਉਹਨੂੰ ਕੰਨਾਂ ਦੀ ਲੋੜ ਨਹੀਂ ਹੈ, ਪਰ ਬਿਨਾਂ ਕੰਨਾਂ ਤੋਂ ਆਪਣੇ ਪਿਆਰਿਆਂ ਤੋਂ ਆਪਣੇ ਗੀਤ ਸੁਣ ਸਕਦਾ ਹੈ। ਦਿਆਲੂ ਹੈ, ਕਿਰਪਾਲੂ ਹੈ। ਸੱਚੇ ਪਾਤਸ਼ਾਹ ਨੇ 19ਵੀਂ ਅਸ਼ਟਪਦੀ ਦੇ ਵਿੱਚ ਹਰ ਅਸ਼ਟਪਦੀ ਦੇ ਪਹਿਲਾਂ ਸੱਚੇ ਪਾਤਸ਼ਾਹ ਨੇ ਸ਼ਲੋਕ ਦੀ ਰਚਨਾ ਕੀਤੀ ਹੈ। ਸ਼ਲੋਕ, ਸਾਥ ਨਾ ਚਾਲੈ ਬਿਨ ਭਜਨ, ਵੇਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹੋ ਧਨ ਸਾਰ। ਕੁਝ ਵੀ ਨਾਲ ਨਹੀਂ ਜਾਂਦਾ, ਸਰੀਰ ਵੀ ਨਾਲ ਨਹੀਂ ਜਾਂਦਾ। ਆਤਮਾ ਪ੍ਰਭੂ ਦੀ ਭੇਜੀ ਹੋਈ ਸਰੀਰ ਨੂੰ ਛੱਡ ਦਿੰਦੀ ਹੈ। ਸੱਚੇ ਪਾਤਸ਼ਾਹ ਦੇ ਹੁਕਮ ਨਾਲ ਉਹ ਸਰੀਰ ਬਦਲਦੀ ਹੈ। ਇੱਕ ਸਰੀਰ ਤੋਂ ਦੂਜਾ 84 ਲੱਖ ਜੂਨ ਦੇ ਵਿੱਚ ਘੁੰਮਦੀ ਹੈ। ਪਰ ਜੇ ਉਹ ਉਹਨੂੰ ਧਿਆਉਂਦੀ ਹੈ, ਪਾਉਂਦੀ ਹੈ, ਫਿਰ ਉਹਦੇ ਵਿੱਚੋਂ ਕਦੇ ਵਿਛੜੀ ਸੀ ਤੇ ਉਹਦਾ ਹੀ ਰੂਪ ਬਣ ਗਈ। ਇਹ ਪਦਾਰਥ, ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਉਪਜੇ ਹੋਏ ਸੰਬੰਧ ਕੁਝ ਵੀ ਨਹੀਂ ਹਨ। ਉਹਦੀ ਉਸਤਤ ਤੋਂ ਬਿਨਾਂ ਜਿਵੇਂ ਭੱਠੀ ਦੀ ਸਵਾਹ ਹੁੰਦੀ ਹੈ, ਸ਼ਾਰ ਹੁੰਦੀ ਹੈ, ਉਹੀ ਕੁਝ ਹੈ। ਬਾਕੀ ਜੋ ਮਾਇਆ ਦਾ ਉਪਾਇਆ ਹੋਇਆ ਹੈ, ਹਉਮੈ ਉੱਤੇ ਟਿਕਿਆ ਹੋਇਆ ਹੈ, ਉਹ ਸਾਰਾ ਕੁਝ ਸਵਾਹ ਹੈ। ਉਹ ਨਾਲ ਨਹੀਂ ਜਾ ਸਕਦਾ। ਜਿਹਦੇ ਕੋਲ ਜਾਣਾ ਹੈ
ਉਹ ਉਹਨੂੰ ਸਵੀਕਾਰ ਨਹੀਂ ਕਰਦਾ ਤੇ ਨਾ ਹੀ ਨਾਲ ਲੈ ਜਾਣ ਦੀ ਕੋਈ ਵਿਵਸਥਾ ਹੈ। ਪੇਸ਼ ਹੋਣਾ ਹੈ ਤਾਂ ਆਤਮਾ ਰੂਪੀ ਸੂਖਮ ਸਰੀਰ ਦੇ ਖਾਲੀ ਹੱਥ ਜੇ ਨਾਮ ਲਿਆ ਹੈ ਜੀਵਨ ਦੇ ਵਿੱਚ, ਉਹ ਇੱਕ ਪਾਸ ਨਾਲ ਜਾਂਦਾ ਹੈ ਜਿਹਦੇ ਉੱਤੇ ਵਿਚਾਰ ਹੁੰਦੀ ਹੈ, ਉਹਦੇ ਉੱਤੇ ਛੁੱਟ ਜਾਂਦਾ ਹੈ ਪ੍ਰਾਣੀ, ਬਰੀ ਹੋ ਜਾਂਦਾ ਹੈ, ਆਉਣਾ ਜਾਣਾ ਮੁੱਕ ਜਾਂਦਾ ਹੈ, ਹੋਰ ਕੁਝ ਵੀ ਸਾਥ ਨਹੀਂ ਜਾਂਦਾ। ਸਵਾ ਹੈ ਸਗਲ ਸਵਾ, ਸਾਰੀ ਦੁਨੀਆ ਦੀ ਦੌਲਤ, ਸਾਰੀ ਸ੍ਰਿਸ਼ਟੀ ਦਾ ਸਤਿਕਾਰ, ਬੇਹੱਦ ਹੰਕਾਰ, ਲਾਲਚ, ਪ੍ਰੇਮ ਦੀਆਂ ਕਹਾਣੀਆਂ, ਪ੍ਰੇਮ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਜੇ ਪ੍ਰਾਣੀ ਤੈਂ ਅੱਗੇ ਜਾ ਕੇ ਸੈਟਲ ਹੋਣਾ ਹੈ, ਪਰਮਾਨੈਂਟ ਰੈਜ਼ੀਡੈਂਸੀ ਲੈਣੀ ਹੈ, PR ਪ੍ਰਾਪਤ ਕਰਨੀ ਹੈ, ਤਾਂ ਇੱਕੋ ਕੰਮ ਕਰ, ਹਰ ਹਰ ਨਾਮ ਧਿਆ, ਉਹਦੀ ਆਰਾਧਨਾ ਕਰ, ਸਵਾਸ ਸਵਾਸ, ਹਰ ਪਲ ਪਲ, ਹਰ ਛਿਨ ਛਿਨ ਉਹ ਕਮਾਈ ਕਰ ਲੈ। ਇਹ ਜਿਹੜੀ ਪੁੱਠੀ ਕਮਾਈ ਦੇ ਪਿੱਛੇ ਤੂੰ ਲੱਗਿਆ ਹੋਇਆ ਹੈ, ਇਹਦੀ ਗਿਣਤੀ ਮਿਣਤੀ ਦਾ ਕੋਈ ਲਾਭ ਨਹੀਂ ਹੈ। ਤੇਰੇ ਕੋਲ ਕੱਖ ਨਹੀਂ, ਤੇਰੇ ਕੋਲ ਬੇਹੱਦ ਬੇਅੰਤ ਕਰੋੜਾਂ ਅਰਬਾਂ ਹੈ। ਗੁਰੂ ਦੀ ਕਚਹਿਰੀ 'ਚ ਉਹਦਾ ਕੋਈ ਭੇਦ ਨਹੀਂ ਹੈ। ਤੇਰੇ ਨਾਲੋਂ ਅੱਗੇ ਨਿਕਲ ਜਾਵੇਗਾ ਕੱਖਪਤੀ, ਜਿਹਦੇ ਕੋਲ ਕੁਝ ਹੈ ਹੀ ਨਹੀਂ, ਨੰਗਾ ਪਿੰਡਾ, ਟੁੱਕ ਖਾਣ ਨੂੰ ਨਹੀਂ, ਪੀਣ ਨੂੰ ਪਾਣੀ ਵੀ ਨਹੀਂ ਮਿਲਦਾ। ਪਰ ਪਿਆਰਿਆ, ਤੇਤੋਂ ਅੱਗੇ ਲੰਘਣ ਵਾਲਾ, ਸਤਿਕਾਰ ਦੇ ਲਈ, ਪਿਆਰ ਦੇ ਲਈ ਚੁਣਿਆ ਜਾਵੇਗਾ। ਇਹ ਤੇਰੀ ਮਾਇਆ ਸਗਲੀ ਸਵਾਹ ਬਣ ਜਾਵੇਗੀ, ਕਿਉਂਕਿ ਤੈਂ ਹਰੀ ਦਾ ਨਾਮ ਕਮਾਇਆ ਨਹੀਂ। ਉਸ ਗਰੀਬ ਨੇ ਕਮਾ ਲਿਆ। ਇਹ ਧਨ ਹੈ ਜਿਹੜਾ ਉੱਤਮ ਹੈ, ਇਹ ਇਕੱਲਾ ਇੰਟਰਨੈਸ਼ਨਲ ਨਹੀਂ, ਇਹ ਦੌਲਤ ਨਾਮ ਦੀ, ਇਹ ਬੇਸ਼ੁਮਾਰ ਬ੍ਰਹਿਮੰਡਾਂ ਦੇ ਵਿੱਚ ਰਿਕੋਗਨਾਈਜ਼ ਹੁੰਦੀ ਹੈ। ਇਹ ਹਰ ਥਾਂ ਚੱਲਦੀ ਹੈ। ਬਾਬੇ ਨਾਨਕ ਦੇ ਨਾਮ ਦੀ ਕਮਾਈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਪਿਆਰਿਆ, ਉਹਨਾਂ ਨੂੰ ਲੱਭ ਲੈ ਜਿਨ੍ਹਾਂ ਨੂੰ ਪ੍ਰਗਟ ਹੋਣ ਦੀ ਲੋੜ ਨਹੀਂ ਹੈ, ਜਿਨ੍ਹਾਂ ਨੂੰ ਬੱਲੇ ਬੱਲੇ ਕਰਾਉਣ ਦੀ ਚਾਹਤ ਨਹੀਂ ਹੈ, ਲੁਕ ਕੇ ਰਹਿਣਾ ਚਾਹੁੰਦੇ ਹਨ, ਛਿਪ ਜਾਣਾ ਚਾਹੁੰਦੇ ਹਨ, ਕਿਸੇ ਜੰਗਲੀ ਫੁੱਲ ਦੀ ਤਰ੍ਹਾਂ।
ਤੂੰ ਉਹਨਾਂ ਨੂੰ ਲੱਭ ਲੈ। ਉਹ ਮੌਜੂਦ ਹਨ ਇਸ ਧਰਤੀ ਉੱਤੇ। ਉਹਨਾਂ ਦੀ ਪਹਿਚਾਣ ਪ੍ਰਭੂ ਕਰਵਾ ਦੇਵੇਗਾ। ਪਰ ਇੱਕ ਗੱਲ ਯਾਦ ਰੱਖੀ, ਮਾਇਆ ਦੇ ਪੰਜੇ ਦੂਤ ਉਹਨਾਂ ਉੱਤੇ ਅਸਰ ਨਹੀਂ ਕਰਦੇ। ਉਹ ਆਜ਼ਾਦ ਹਨ। ਜੇ ਤੇਰੇ ਕੋਲੋਂ ਕੀਮਤ ਮੰਗਦੇ ਹਨ, ਉਹ ਸਾਧੂ ਨਹੀਂ ਹਨ, ਉਹ ਸੰਤ ਨਹੀਂ ਹਨ, ਉਹ ਜਨ ਨਹੀਂ ਹਨ, ਸੇਵਕ ਵੀ ਨਹੀਂ। ਉਹਨਾਂ ਪਿਆਰਿਆਂ ਨੂੰ ਲੱਭਣ ਦੇ ਲਈ ਅਕਾਲ ਦੇ ਅੱਗੇ ਫਰਿਆਦ ਕਰ। ਫਿਰ ਜਦੋਂ ਮਿਲ ਪੈਣ, ਫਿਰ ਉਹਨਾਂ ਨੂੰ ਗੁਰੂ ਦੇ ਨਾਮ ਦਾ, ਗੁਰੂ ਦੇ ਪਿਆਰ ਦਾ ਸੰਦੇਸ਼ਾ ਦੇਣਾ ਆਉਂਦਾ ਹੈ ਤੈਨੂੰ। ਉਹਨਾਂ ਨਾਲ ਮਿਲ ਕੇ ਗਾ ਪਿਆਰੇ ਦਾ ਗੀਤ। ਜਿਸ ਤਰ੍ਹਾਂ ਕੋਇਲ ਗਾਉਂਦੀ ਹੈ ਬਿਨਾਂ ਸਵਾਰਥ ਤੋਂ, ਜਿਸ ਤਰ੍ਹਾਂ ਬਬੀਹਾ ਕਰਲਾਉਂਦਾ ਹੈ ਬਿਨਾਂ ਲਾਲਚ ਤੋਂ, ਉਹਨਾਂ ਨਾਲ ਮਿਲ ਕੇ ਵਿਚਾਰ ਕਰ ਤੇ ਧੁਰਾ, ਆਸਰਾ, ਪ੍ਰੋਟੈਕਸ਼ਨ, ਸ਼ੀਲਡ ਇੱਕ ਨਾਮ ਨੂੰ ਬਣਾ ਲੈ। ਪ੍ਰਭੂ ਦੀ ਉਸਤਤ ਨੂੰ ਬਣਾ ਲੈ, ਜਿਹੜੀ ਦੋਨਾਂ ਜਹਾਨਾਂ ਦੇ ਵਿੱਚ ਕੰਮ ਆਉਂਦੀ ਹੈ। ਹਰ ਥਾਂ ਦੇ ਉੱਤੇ ਛਿੱਕਾ ਚੱਲਦਾ ਹੈ। ਇਹ ਜਿਹੜਾ ਪਾਸ ਹੈ, ਨਾਮ ਦਾ ਪਾਸ, ਇਹ ਸਾਰੇ ਸ੍ਰਿਸ਼ਟੀਆਂ ਦੇ ਵਿੱਚ ਸਤਿਕਾਰਿਆ ਜਾਂਦਾ ਹੈ, ਪਿਆਰਿਆ ਜਾਂਦਾ ਹੈ। ਤੇ ਜਿਹੜੀ ਸੁਪਰੀਮ ਆਫ ਸੁਪਰੀਮ ਕੋਰਟ ਹੈ, ਪ੍ਰਭੂ ਦੀ ਦਰਗਾਹ ਹੈ, ਉੱਥੇ ਵੀ ਇਹ ਰਿਕੋਗਨਾਈਜ਼ਡ ਹੈ। ਅਵਰ ਆਪਾਵ ਸਭ ਮੀਤ ਬਸਾਰੋ, ਚਰਨ ਕਮਲ ਰਿੱਧ ਮੈਂ ਉਰ ਧਾਰੋ। ਮੇਰੇ ਪਿਆਰੇ ਮਿੱਤਰਾ, ਮੇਰੇ ਦੋਸਤਾ, ਮੇਰੇ ਸੰਗੀਆਂ, ਦੂਜਿਆਂ ਦੇ ਨਾਲ ਉਪਰਾਲੇ ਕਰਦੇ ਬੰਦ ਕਰਦੇ। ਜਿਹੜੀਆਂ ਸਕੀਮਾਂ ਤੂੰ ਘੜਦਾ ਰਹਿੰਦਾ ਹੈ ਮਾਇਆ ਧਾਰੀਆਂ ਦੇ ਨਾਲ ਮਿਲ ਕੇ, ਉਹ ਮਿੱਟੀ ਦੇ ਘਰ ਬਣਾਉਣ ਦੇ ਸਮਾਨ ਹਨ ਜਾਂ ਬੱਚਿਆਂ ਦੀਆਂ ਖੇਡਾਂ ਹਨ। ਉਹਨਾਂ ਦਾ ਖਹਿੜਾ ਛੱਡ ਦੇ, ਅਸਲੀਅਤ ਦੇ ਪਾਸੇ ਆ ਜਾ। ਜਿੱਥੋਂ ਕੁਝ ਪ੍ਰਾਪਤ ਹੋਣਾ ਹੈ ਉਹਦਾ ਲਾਭ ਉਠਾ ਲੈ। ਨਿਮਰਤਾ ਦਾ ਰੂਪ, ਡਾਊਨ ਟੂ ਅਰਥ ਦਾ ਸਰੂਪ, ਮਿਠਾਸ ਦਾ ਖਜ਼ਾਨਾ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਕਰ ਲੈ। ਉਹਦੇ ਚਰਨਾਂ ਨੂੰ ਧਿਆ, ਉਹਦੇ ਚਰਨ ਕਮਲ ਆਪਣੇ ਮਨ ਤੇ ਵਸਾ। ਟਿਕਾ ਲੈ ਉਹਦੇ ਨਾਮ ਨੂੰ ਆਪਣੇ ਵਿੱਚ, ਹਿਰਦੇ ਦੇ ਵਿੱਚ, ਆਤਮਾ ਦੇ ਵਿੱਚ। ਪਰ ਆਪਣੇ ਆਪ ਨੂੰ ਪਿੱਛੇ ਹਟਾ ਲੈ। ਤੇਰਾ ਰੋਲ ਵਿਘਨ ਪਾ ਦੇਵੇਗਾ, ਕਿਉਂਕਿ ਤੂੰ ਹਉਮੈ ਦਾ ਆਦੀ ਹੈ। ਤੈਨੂੰ ਹਉਮੈ ਬੜੀ ਸਵਾਦ ਲੱਗਦੀ ਹੈ। ਜੀਵਨ ਦੇ ਵਿੱਚ ਹਰ ਰੋਜ਼ ਤੂੰ ਇਹਦਾ ਸੇਵਨ ਕਰਦਾ ਰਿਹਾ ਹੈ।
ਚਾਹੇ ਨਿਮਰਤਾ ਦੇ ਰੂਪ ਵਿੱਚ ਹੀ ਦੁਨੀਆ ਨੂੰ ਦਿਖਾਉਣ ਦੇ ਲਈ, ਦੁਨੀਆ ਨੂੰ ਭਰਮਾਉਣ ਦੇ ਲਈ ਕਿ ਤੂੰ ਆਸਤਕ ਹੈ, ਤੂੰ ਰੱਬ ਨੂੰ ਮੰਨਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਾਹੋ ਨਾਮ ਹਰ ਮੱਥ। ਡੂਅਰ ਕਰਨ ਵਾਲਾ ਸਭ ਕੁਝ ਕਰਨ ਦੇ ਯੋਗ ਹੈ, ਕੁਆਲੀਫਾਈਡ ਹੈ, ਪੂਰੇ ਦਾ ਪੂਰਾ ਸਮਰੱਥ ਹੈ, ਮਹਾਨ ਹੈ, ਰਚਣਹਾਰਾ, ਬਹੁਤ ਹੀ ਪ੍ਰੇਮ ਪਿਆਰ ਵਾਲਾ ਨਾਇਕ ਹੈ। ਉਹਦਾ ਨਾਂ, ਉਹਦੀ ਉਸਤਤ ਮਹਾਨ ਹੈ। ਉਹਨੂੰ ਜੱਫਾ ਪਾ ਲੈ, ਘੁੱਟ ਲੈ, ਪਕੜ ਲੈ, ਛੱਡੀ ਨਾ। ਜਿਵੇਂ ਦੁਨਿਆਵੀ ਖਿਡਾਰੀ ਦੁਨਿਆਵੀ ਖੇਡਾਂ ਖੇਡਦੇ ਹਨ ਤੇ ਉਹ ਪਕੜ ਲੈਂਦੇ ਹਨ, ਛੱਡਦੇ ਨਹੀਂ। ਇਸੇ ਤਰ੍ਹਾਂ ਕਰ, ਨੇਤਰਹੀਣ ਦੇ ਜੱਫੇ ਵਾਂਗੂ ਉਹਦੇ ਨਾਮ ਨੂੰ ਜੱਫਾ ਪਾ ਲੈ, ਛੱਡਣਾ ਨਹੀਂ। ਦ੍ਰਿੜ ਕਰਕੇ ਆਪਣੇ ਆਪ ਨੂੰ ਪਕੜ ਲੈ। ਇਹੀ ਤੇਰੇ ਲਈ ਮਹਾਨ ਹੈ, ਅੱਗੇ ਕੰਮ ਆਉਣ ਵਾਲਾ ਹੈ। ਇਹ ਵੱਡਾ ਖਜ਼ਾਨਾ ਹੈ, ਨਾਮ ਧਨ ਹੈ। ਇਹ ਧਨ ਸਾਂਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਭਾਗਾਂ ਵਾਲੇ ਜੋੜਨ ਵਾਲੇ ਇਸ ਧਨ ਨੂੰ, ਕਰਮਾਂ ਵਾਲੇ ਜਿਨ੍ਹਾਂ ਦੇ ਕੋਲ ਇਹ ਧਨ ਆਉਂਦਾ ਹੈ, ਇਹਨੂੰ ਕੋਈ ਚੋਰੀ ਵੀ ਨਹੀਂ ਕਰ ਸਕਦਾ। ਪੱਕਾ ਗਰੰਟੀ ਵਾਲਾ ਹੈ। ਤੈਨੂੰ ਇਹਨੂੰ ਬਚਾਉਣ ਦੇ ਉਪਰਾਲੇ ਨਹੀਂ ਕਰਨੇ ਚਾਹੀਦੇ। ਪ੍ਰਭੂ ਦੇ ਨਾਮ ਦਾ ਧਨ ਚੋਰੀ ਹੁੰਦਾ ਹੀ ਨਹੀਂ। ਇਸ ਤਰ੍ਹਾਂ ਦਾ ਚੋਰ ਧਰਤੀ ਉੱਤੇ ਪੈਦਾ ਹੀ ਨਹੀਂ ਹੋਇਆ। ਇਹ ਕਮਾਈ ਹੈ, ਇਹ ਪ੍ਰਭੂ ਦੀ ਮਿਹਰ ਦੇ ਨਾਲ ਤੇਤੋਂ ਕਰਵਾਈ ਗਈ ਹੈ। ਇਹਨੂੰ ਜੋੜ ਲੈ, ਇਸ ਨਾਮ ਦੀ ਦੌਲਤ ਨੂੰ, ਇਸ ਉਸਤਤ ਦੇ ਧਨ ਨੂੰ, ਮੇਰਾ ਬਾਲੇ ਦੇ ਸ਼ੁਕਰਾਨੇ ਨੂੰ। ਫਿਰ ਤੂੰ ਭਾਗਾਂ ਵਾਲਾ ਬਣ ਜਾਵੇਗਾ, ਤੇਰੇ ਉੱਤੇ ਕਿਰਪਾ ਹੋ ਜਾਵੇਗੀ। ਸੰਤ ਜਨਾ ਕਾ ਨਿਰਮਲ ਮੰਤ, ਇਹ ਉਪਦੇਸ਼ ਪਾਇਆ ਹੋਇਆ, ਦੁਆਰਾ ਪ੍ਰਾਪਤ ਹੋਇਆ ਮੰਤਰ ਹੈ, ਜਿਹੜਾ ਸੱਚਾ ਹੈ। ਇਹ ਇੱਕ ਰਾਹ ਹੈ। ਇਸ ਰਾਹ ਵਿੱਚ ਪੈ ਕੇ ਨਾਮ ਹੀ ਕੰਮ ਆਉਂਦਾ ਹੈ ਮੰਜ਼ਿਲ ਤੱਕ ਪਹੁੰਚਣ ਦੇ ਲਈ। ਇਹ ਵਿਚਾਰ ਹੈ ਮਹਾਂਪੁਰਸ਼ਾਂ ਦਾ, ਸਾਧੂਆਂ ਦਾ, ਜਨਾਂ ਦਾ, ਸੇਵਕਾਂ ਦਾ, ਉਹਦੇ ਮਤਵਾਲਿਆਂ ਦਾ। ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ। ਜਿਹੜੀਆਂ ਤੂੰ ਆਸਾਂ ਸਾਰਿਆਂ ਉੱਤੇ ਹੀ ਰੱਖਿਆ ਫਿਰਦਾ ਹੈ, ਉਹ ਵੀ ਤੇਰਾ ਇੱਕ ਨਾਟਕ ਹੈ।
कि मैं सारिਆਂ ਨੂੰ ही ਮੰਨਦਾ ਹਾਂ, ਸਾਰਿਆਂ ਦਾ ਸਤਿਕਾਰ ਕਰਦਾ ਹਾਂ। ਅਸਲ ਵਿੱਚ ਤੂੰ ਕਿਸੇ ਦਾ ਵੀ ਸਤਿਕਾਰ ਨਹੀਂ ਕਰਦਾ। ਤੂੰ ਮਨ ਬਣਾਇਆ ਹੀ ਨਹੀਂ ਪ੍ਰੇਮ ਕਰਨ ਦਾ। ਪ੍ਰੇਮ ਕਦੇ ਵੀ ਵੰਡਿਆ ਨਹੀਂ ਜਾਂਦਾ। ਇਹ ਤੇਰਾ ਇੱਕ ਬਹਾਨਾ ਹੈ, ਬਿਲਕੁਲ ਉਸੇ ਤਰ੍ਹਾਂ ਦਾ ਬਹਾਨਾ ਕਿ ਬੋਲੀ ਬੋਲਦਾ ਹਾਂ, ਪਰ ਬੋਲਦਾ ਤਾਂ ਤੂੰ ਹੀ ਹੈ। ਕੀ ਫਰਕ ਪੈਂਦਾ ਜੇ ਤੂੰ ਮੌਜੂਦ ਹੈ? ਚਾਹੇ ਆਪਣਾ ਸਟੋਰ ਚਲਾ ਲੈ, ਚਾਹੇ ਆਪਣਾ ਵਪਾਰ ਕਰ ਲੈ, ਚਾਹੇ ਧਰਮ ਦੀ ਦੁਕਾਨ ਬਣਾ ਕੇ ਲੋਕਾਂ ਉੱਤੇ ਪ੍ਰਭਾਵ ਪਾ ਲੈ। ਜਿੰਨੀ ਦੇਰ ਤੂੰ ਹੈ, ਤੇਰਾ ਛਿੱਕਾ ਨਹੀਂ ਚੱਲ ਸਕਦਾ। ਤੈਨੂੰ ਤਾਂ ਮਰਨਾ ਹੀ ਪੈਣਾ ਹੈ। ਤੈਨੂੰ ਆਪਣਾ ਆਪ ਮਾਰਨਾ ਹੀ ਪੈਣਾ ਹੈ। ਜਿੰਨੀ ਦੇਰ ਤੂੰ ਹੈ, ਉਹ ਨੇੜੇ ਨਹੀਂ ਟੁਕਦਾ। ਜਦੋਂ ਤੂੰ ਚਲਿਆ ਗਿਆ, ਪਰ ਤੇਰੇ ਲਈ ਬੜਾ ਔਖਾ ਹੈ ਹਾਰ ਮੰਨਣਾ। ਸਾਰੀ ਜ਼ਿੰਦਗੀ ਤੂੰ ਕਮਾਉਂਦਾ ਰਿਹਾ, ਰੇਤ ਦੇ ਕਿਲੇ ਉਸਾਰਦਾ ਰਿਹਾ, ਪਾਣੀ ਦੇ ਬੁਲਬੁਲਿਆਂ ਨੂੰ ਫੜਦਾ ਰਿਹਾ, ਹਵਾ ਨੂੰ ਜੱਫੀਆਂ ਪਾਉਂਦਾ ਰਿਹਾ, ਪਰ ਕੋਈ ਕੰਮ ਨਹੀਂ ਸਵਾਰਿਆ। ਵਿਸਰ ਗਿਆ ਪਿਆਰਿਆ। ਹੁਣ ਤੇਰੇ ਕੋਲ ਹਾਰ ਮੰਨਣ ਤੋਂ ਬਿਨਾਂ ਕੋਈ ਉਪਾਅ ਨਹੀਂ ਹੈ। ਆਪਣੇ ਆਪ ਨੂੰ ਸਮਰਪਣ ਕਰ ਦੇ। ਆਪਣਾ ਮਨ ਬਣਾ ਲੈ ਕਿ ਅੱਜ ਤੋਂ ਇੱਕ। ਕੀ ਫਰਕ ਪੈਂਦਾ ਨਾਮ ਦਾ? ਕੀ ਫਰਕ ਪੈਂਦਾ ਧਰਮ ਦੇ ਲੇਬਲ ਦਾ? ਜਿਹੜਾ ਮਰਜ਼ੀ ਲਗਾ ਲੈ, ਜਦੋਂ ਤੱਕ ਇੱਕ ਹੀ ਹੈ। ਨਾਮ 'ਚ ਕੀ ਪਿਆ, ਉਹਦੇ ਉੱਤੇ ਆਸ ਟਿਕਾ ਲੈ। ਫਿਰ ਤੇਰੇ ਸਾਰੇ ਰੋਗ ਮਿਟ ਜਾਣਗੇ। ਤੇਰੀਆਂ ਸਾਰੀਆਂ ਬਿਮਾਰੀਆਂ ਨੱਸ ਜਾਣਗੀਆਂ, ਹਟ ਜਾਣਗੀਆਂ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਅੰਗਰੇਜ਼ੀ ਦੇ ਵਿੱਚ ਵਿਚਾਰ ਕਰ ਲਈਏ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਪਹਿਲਾ ਸ਼ਲੋਕ। ਸਾਥ ਨਾ ਚਾਲੇ ਬਿਨ ਭਜਨ, ਵੇਖਿਆ ਸ਼ਗਲੀ ਸ਼ਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹੋ ਧਨ ਸਾਰ। Without Lord's meditation, nothing shall go with thee, O man. The deadly sins are all ashes. Practice thou the name of Lord Master. This is excellent wealth. Nothing will go with you when you die. All will be in vain like ashes. Whatever you earn, material relations, will be zero value, like ashes, like dust. If you want to get succeeded, then pray for him. Earn the real wealth, name, appreciation of Lord.
Thanks to the Lord. That is the real wealth. That is the real treasure. And that works. That is valued in your next life in front of God. Ashtapadi. संत जना मिल करो विचार, एक सिमर नाम आधार. Find the sadhus, find the pious persons, find the people of truth. Get their company and then sing the song of Lord. Discuss with them name wealth. Ek simar naam adhar. Oh, Mr. Human Being, remember the one God and have the property of name. His warehouse is to give free to the needy. Avar apab sab beet basaro. Chard kamal rid mahe or daro. Forget all other efforts. Oh, my dear friend, place Lord's lotus feet into the mind and heart. Respect the feet of saints. Slaves who conquered the name and they became very close to him. They are his beloved one now. There is no difference between the Lord and them. Karn karn so prav samrath. Drid kar gaho naam har vat. The Lord is potent to do all the works. Grasp you firmly the article of God's name. E tan sancho hobo bhagavant. Sant jana ka nirmal mant. Amass this wealth and becomes lucky, fortunate. Pure is the instruction of the saintly persons. Their directions are holy. Ek aas rakho man mahe. Keep the hope of one Lord in thy mind. Quit going to everywhere. Quit going back and forth to the false people. Find one. Sarb rog Nanak mit jaye. Nanak, all the malicious evils will go away. Chronic diseases will run away. They are fearful from name of Lord. That is the choice you have now. Guru Pyareo, सच्चे पातशाह ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਮਿਹਰ ਕੀਤੀ ਹੈ ਕਿ ਇਹ ਜੀਵਨ ਦਾ ਮਿਸ਼ਨ ਪ੍ਰਭੂ ਨੂੰ ਪਾਉਣਾ ਹੈ। ਨਾ ਸਾਡਾ ਜ਼ੋਰ ਭਵਿੱਖ ਉੱਤੇ ਹੈ ਤੇ ਨਾ ਹੀ ਅਸੀਂ ਪਾਸਟ ਦੇ ਭੂਤ ਕਾਲ ਦੇ ਹੋਏ ਨੂੰ ਬਦਲ ਸਕਦੇ ਹਾਂ। ਇੱਕ ਗੱਲ ਯਕੀਨੀ ਹੈ ਕਿ ਇਹ ਪਲ, ਇਹ ਛਿਨ ਵਰਤਮਾਨ, ਇਹਦੇ ਵਿੱਚ ਉਹਦਾ ਨਾਮ ਜਪ ਕੇ, ਉਹਦਾ ਸ਼ੁਕਰਾਨਾ ਕਰਕੇ ਇਹ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ।
ਇਹ ਅਸਲੀ ਦੌਲਤ ਹੈ, ਅਸਲੀ ਧਨ ਹੈ, ਜਿਹੜਾ ਪ੍ਰਭੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਜਿਹੜਾ ਦਰਗਾਹ ਦੇ ਵਿੱਚ ਚੱਲਦਾ ਹੈ। ਬਾਕੀ ਸਾਰੇ ਦਾ ਸਾਰਾ ਪਦਾਰਥ ਸਵਾਹ ਹੈ। ਉਹਨਾਂ ਨੂੰ ਖੋਜ ਲੈ ਪਿਆਰਿਆਂ ਨੂੰ, ਤੇ ਉਹਨਾਂ ਦੇ ਨਾਲ ਦੋਸਤੀ ਪਾ ਲੈ, ਪ੍ਰੇਮ ਵਧਾ ਲੈ। ਉਹ ਤੇਰਾ ਆਧਾਰ ਬਣ ਜਾਣ, ਤੇਰਾ ਟਿਕਾ ਬਣ ਜਾਣ, ਤੇਰਾ ਆਸਰਾ ਬਣ ਜਾਣ। ਘੁੰਮਣ ਘੇਰੀਆਂ ਵਿੱਚੋਂ ਨਿਕਲ ਜਾਵੇਗਾ ਪੀਸ ਆਫ ਮਾਈਂਡ ਦੇ ਨਾਲ। ਬਹੁਤ ਸਾਰੇ ਉਪਰਾਲੇ ਤੂੰ ਕਰਕੇ ਵੇਖ ਲਏ, ਕੁਝ ਵੀ ਨਹੀਂ ਛੱਡਿਆ ਸ਼ਾਂਤੀ ਪ੍ਰਾਪਤ ਕਰਨ ਦੇ ਲਈ, ਆਪਣੇ ਟਿਕਾ ਨੂੰ ਬਣਾਉਣ ਦੇ ਲਈ। ਆਧਾਰ ਕੁਝ ਬਣਿਆ ਨਹੀਂ, ਮਾਇਆ ਨੇ ਸਾਥ ਨਹੀਂ ਦਿੱਤਾ, ਆਪਣੇ ਬੇਗਾਨੇ ਹੋ ਗਏ। ਸਵਾਸਾਂ ਦੀ ਪੂੰਜੀ ਮੁੱਕਦੀ ਜਾਂਦੀ ਹੈ, ਕੁਝ ਵੀ ਨਹੀਂ ਕਮਾਇਆ। ਹੁਣ ਅਜੇ ਵੀ ਸਮਾਂ ਹੈ, ਕਦੇ ਵੀ ਲੇਟ ਨਹੀਂ। ਕੋਡੇ ਵਰਗੇ ਤਰ ਗਏ, ਸੱਜਣ ਵਰਗੇ ਪਾਰ ਹੋ ਗਏ, ਚੋਰ ਬਖਸ਼ੇ ਗਏ, ਡਾਕੂਆਂ ਨੂੰ ਸ਼ਿਵਾ ਮਿਲ ਗਈ, ਕਿਉਂਕਿ ਉਹ ਆਖਰ ਦੇ ਵਿੱਚ ਪਿਆਰੇ ਦੇ ਚਰਨਾਂ ਦੇ ਵਿੱਚ ਡਿੱਗ ਪਏ, ਆਪਣੇ ਆਪ ਨੂੰ ਢੇਰੀ ਕਰ ਦਿੱਤਾ। ਚਰਨ ਕਮਲਾਂ ਨੂੰ, ਪ੍ਰੀਤਮ ਪਿਆਰਿਆਂ ਨੂੰ ਹਿਰਦੇ ਦੇ ਨਾਲ ਲਗਾ ਲਿਆ। ਉਸ ਅਕਾਲ ਪੁਰਖ ਦੇ ਚਰਨਾਂ ਨੂੰ, ਜਿਹੜਾ ਕ੍ਰੀਏਟਰ ਹੈ, ਬਣਾਉਣ ਵਾਲਾ ਹੈ, ਸਦੀਵੀ ਹੈ, ਹਮੇਸ਼ਾ ਰਹਿਣ ਵਾਲਾ ਹੈ, ਉਹਨੂੰ ਪਕੜ ਲੈ। ਉਸ ਨਾਮ ਨੂੰ ਨਿਕਲ ਨਾ ਜਾਵੇ ਤੇਰੇ ਹੱਥ ਵਿੱਚੋਂ, ਭਾਗਾਂ ਵਾਲਾ ਬਣ ਜਾਵੇਗਾ, ਕਰਮਾਂ ਵਾਲਾ ਬਣ ਜਾਵੇਗਾ। ਤੈਨੂੰ ਹੋਰ ਕੋਈ ਲੋੜ ਹੀ ਨਹੀਂ ਹੈ। ਇਹ ਸੰਤਾਂ ਦੀ ਸਲਾਹ ਹੈ, ਸੰਤਾਂ ਦਾ ਪਰਖਿਆ ਹੋਇਆ ਮੰਤਰ ਹੈ। ਇੱਕ ਆਸ, ਇੱਕ ਮਨ ਟਿਕਾ ਲੈ, ਬਹੁਤਿਆਂ ਨੂੰ ਛੱਡ ਕੇ ਇੱਕ ਨੂੰ ਪਾ ਲੈ। ਰੋਗਾਂ ਦਾ ਨਾਸ ਤੇਰਿਆਂ ਦਾ ਹੋ ਜਾਵੇਗਾ ਪਿਆਰਿਆ। ਨਿਮਰਤਾ ਦੇ ਨਾਲ, ਪਿਆਰ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ ਤੇਰਾ ਤਰਨਾ ਇਸ ਭਵਜਲ ਦੇ ਵਿੱਚੋਂ ਯਕੀਨੀ ਹੋ ਜਾਵੇਗਾ, ਜਦੋਂ ਹਿਰਦੇ ਦੇ ਵਿੱਚ ਇੱਕ ਓਂਕਾਰ ਸਤਿਨਾਮ, ਇੱਕ ਓਂਕਾਰ ਸਤਿਨਾਮ, ਇੱਕ ਓਂਕਾਰ ਸਤਿਨਾਮ